ਇਹ ਕੀੜੇ ਵੀ ਸਾਡੇ ਕੋਲ ਇੱਕ ਕਮਜ਼ੋਰ ਕੜੀ ਹੈ। ਕਮਜ਼ੋਰ ਕੜੀ ਕੀ ਹੈ ਕਿ ਕੀੜਾ ਜਦ ਤੱਕ ਨਰ ਤੇ ਮਾਦਾ ਦਾ ਮਿਲਣ ਨਹੀਂ ਹੋਊਗਾ ਨਾ, ਤਦ ਤੱਕ ਜਿਹੜਾ ਫਰਟਾਈਲ ਐਗਸ, ਠੀਕ ਹੈ, ਜਿਨ੍ਹਾਂ ਅੰਡਿਆਂ ਚੋਂ ਬੱਚੇ निकलने वो पैदा नहीं होंगे। पहले बार इंट्रोड्यूस कर रहा है ये पंजाब और हरियाणा राष्ट्रों में एक बढ़िया प्रोडक्ट है। ये समय में जो नरमा में गुलाबी सुंडी से हमारा किसान भाइयों जो सफ़र कर रहे हैं, इसके लिए ये वरदायक है। Ways, absolutely, it is almost on par. It is same, but the thing is that the pink borer, which is gauging loss to the tune of 4 to 5 quintals per acre, this product is going to sell. ਤੇ ਮਾਦਾ ਦੀ ਭਾਲ ਜਿਹੜੀ ਹੈ ਆਪਸ ਵਿੱਚ ਅੱਖਾਂ ਨਾਲ ਨਹੀਂ ਹੁੰਦਾ, ਉਹ ਹੁੰਦੀ ਹੈ ਇੱਕ ਕੈਮੀਕਲ ਸਿਗਨਲ ਜਿਹਨੂੰ ਫੀਰਾਮੋਨ ਕਹਿੰਦੇ ਆ। ਮਾਦਾ ਇੱਕ ਕੈਮੀਕਲ ਸਿਗਨਲ ਛੱਡਦੀ ਹੈ, ਨਰ ਉਹਦੇ ਪਿੱਛੇ ਜਾਂਦਾ ਹੈ ਤੇ ਉਹ ਜਿਹੜਾ ਪ੍ਰਜਨਨ ਅੱਗੇ ਚੱਲਦਾ ਹੈ। Are unable to go and mate. If the mating is stopped or delayed, the female egg laying is greatly reduced. It is almost like 70-80% reduced. ਇਸ ਤਰ੍ਹਾਂ ਹੈ ਪੌਦੇ ਵਿੱਚ ਜਿਹੜਾ ਹੈ ਨਾ, ਤੁਸੀਂ ਇਹ ਮੰਨ ਕੇ ਪੌਦੇ ਦੇ ਟੂਸੇ ਤੋਂ ਇੱਕ ਗਿੱਠ ਥੱਲੇ, ਜੱਟਕੀ ਭਾਸ਼ਾ ਵਿੱਚ ਮੈਂ ਕਿ ਹੁਣ ਤੁਹਾਨੂੰ ਦੱਸਾਂ ਕਿ ਇੰਨਾ ਮੇਜਰਮੈਂਟ ਉਨਾ ਫੀਤਾ ਉਹੋ ਜਿਹੀ ਨਹੀਂ, ਇੱਕ ਗਿੱਠ ਥੱਲੇ। ਇੱਕ ਗਿੱਠ ਥੱਲੇ ਦਾ ਮਤਲਬ ਹੈ 5ਵੀਂ ਜਾਂ 6ਵੀਂ ਗੰਢ ਤੇ ਪੱਤੇ ਤਣੇ ਦੀ ਤੇ ਪੱਤੇ ਦੀ ਜਿਹੜੀ ਗੰਢ ਹੁੰਦੀ ਹੈ ਉਹਦੇ ਵਿੱਚ। पूरा 1 एकड़ में लगाने के लिए सिर्फ 1 घंटा ही लगेगा। एक लेडी वर्कर भी कर सकते हैं आराम से। Agriculture University, we are now going to enter into a memorandum of understanding. Like that, University of Agriculture Sciences, Dharwad, all the universities which bring these new technologies into the package of practice, because agriculture is a state subject. So our role is an advisory and research oriented. ਇਲਾਵਾ ਜਿਹੜੀਆਂ ਨਵੀਂ ਟੈਕਨੋਲੋਜੀ ਜਿਹੜੀ ਹੈ ਸਪਲਾਟ ਕ੍ਰੀਮੈਟ ਜਿਹੜੀ ਅੱਜ ਰਿਲੀਜ਼ ਕਰ ਰਹੇ ਆ, ਇਹਦੇ ਬਾਰੇ ਵੀ ਜਿਹੜੀ PAU ਵੱਲੋਂ ਵੀ ਸਿਫਾਰਿਸ਼ ਕੀਤੀ ਗਈ ਹੈ ਤੇ ਅਸੀਂ ਉਸ ਨੂੰ ਜਿਹੜਾ ਕਿਸਾਨਾਂ ਦੇ ਵਿੱਚ ਲਿਜਾ ਰਹੇ ਹਾਂ। We are launching this product today to make it available to the farmers of Punjab. It has been recommended by Punjab Agriculture University, and 4 other state universities in India have recommended under their package of practices. 2 ਸਾਲਾਂ ਦੇ ਟਰਾਇਲ ਦੇ ਵਿੱਚ PAU ਦੇ ਵਿੱਚ ਇਹ ਕਾਮਯਾਬ ਰਹੀ ਹੈ ਔਰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਖਰਚਾ ਘਟੇਗਾ। यानी 3 बार एप्लीकेशन करना पड़ेगा। 1 बार एप्लीकेशन करने के लिए 1 ट्यूब यूज़ करना पड़ेगा। 1 ट्यूब का दाम है 1449 होगा 1 बार लगाने के लिए। 1 बार लगाए तो ये 30 दिन तक काम करता ही रहता है। ਪ੍ਰੋ ਪੰਜਾਬ TV ਦੇਖ ਰਹੇ ਹੋ ਤੁਸੀਂ। ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਜਿੱਥੇ ਕਿਸਾਨਾਂ ਦੇ ਲਈ ਇੱਕ ਖਾਸ ਪ੍ਰੋਡਕਟ ਅੱਜ ਇਜਾਦ ਕੀਤਾ ਜਾ ਰਿਹਾ, ਲਾਂਚ ਕੀਤਾ ਜਾ ਰਿਹਾ। ਇਹ ਪ੍ਰੋਡਕਟ ਨਰਮੇ ਦੇ ਕਿਸਾਨਾਂ ਵਾਸਤੇ ਬਹੁਤ ਹੀ ਲਾਭਦਾਇਕ ਹੋਵੇਗਾ ਕਿਉਂਕਿ ਗੁਲਾਬੀ ਸੁੰਡੀ ਦਾ ਕਹਿ ਸਕਦੇ ਹਾਂ ਕਿ ਹੁਣ ਵਿਗਿਆਨੀਆਂ ਨੇ ਹੱਲ ਲੱਭ ਲਿਆ। ਇਹ ਹੱਲ ਇਸ ਤਰੀਕੇ ਦਾ ਹੈ ਕਿ ਜਿੱਥੇ ਅੱਗੇ ਸਪਰੇਅ ਕਰਨੀ ਪੈਂਦੀ ਸੀ, ਵਾਤਾਵਰਣ ਪ੍ਰਦੂਸ਼ਿਤ ਹੁੰਦਾ ਸੀ, ਪਾਣੀ ਪ੍ਰਦੂਸ਼ਿਤ ਹੁੰਦਾ ਸੀ, ਫਸਲਾਂ 'ਚ ਜ਼ਹਿਰ ਘੁਲਦਾ ਸੀ, ਉਹ ਵੀ ਨਹੀਂ ਕਰਨਾ ਪਏਗਾ। ਪਰ ਗੁਲਾਬੀ ਸੁੰਡੀ ਵੀ ਨਹੀਂ ਬਚੇਗੀ। ਪੁੱਛੋ ਕਿਵੇਂ? ਉਹ ਇਸ ਤਰੀਕੇ ਵੀ ਜਿਵੇਂ ਹਿਊਮਨ ਫੈਮਿਲੀ ਪਲੈਨਿੰਗ ਹੁੰਦੀ ਸੀ, ਹੁਣ ਇਨਸੈਕਟ ਫੈਮਿਲੀ ਪਲੈਨਿੰਗ ਹੋਇਆ ਕਰੇਗੀ, ਕੀੜਿਆਂ ਦੀ ਫੈਮਿਲੀ ਪਲੈਨਿੰਗ ਹੋਏਗੀ। ਗੁਲਾਬੀ ਸੁੰਡੀ ਦੀ ਫੈਮਿਲੀ ਪਲੈਨਿੰਗ ਕਰ ਦਿੱਤੀ ਹੈ ਕਿਉਂਕਿ ਇਸ ਪ੍ਰੋਡਕਟ ਦੇ ਨਾਲ ਕੁਝ ਅਜਿਹਾ ਹੁੰਦਾ ਹੈ ਕਿ ਗੁਲਾਬੀ ਸੁੰਡੀ ਆਪਸ ਦੇ ਵਿੱਚ ਮੇਟ ਹੀ ਨਹੀਂ ਕਰ ਸਕਦੀ, ਤਾਂ ਉਸ ਤੋਂ ਬਾਅਦ ਜਿਹੜਾ ਕੀ ਹੈ ਆਪੇ ਹੀ ਖਤਮ ਹੋ ਜਾਂਦੀ ਹੈ। ਸੋ PAU ਤੋਂ ਡਾਕਟਰ ਸਤਨਾਮ ਸਿੰਘ ਸਾਡੇ ਨਾਲ ਨੇ ਜੋ ਕਿ ਖਾਸ ਕਰਕੇ ਕਿਸਾਨਾਂ ਲਈ ਜਾਣਕਾਰੀ ਸਾਂਝੀ ਕਰਨਗੇ ਕਿ ਕਿਵੇਂ ਨਰਮੇ ਦੇ ਵਿੱਚ ਗੁਲਾਬੀ ਸੁੰਡੀ ਦੀ ਮਾਰ ਨੂੰ ਰੋਕਿਆ ਜਾ ਸਕਦਾ ਹੈ। ਹਾਲ ਹੀ ਦੇ ਵਿੱਚ ਖਾਸਾ ਨੁਕਸਾਨ ਹੋਇਆ ਸੀ ਪੰਜਾਬ ਦੇ ਵਿੱਚ, ਤਾਂ ਜਾਣਦੇ ਹਾਂ ਕਿ ਨਵੀਆਂ ਤਕਨੀਕਾਂ ਕੀ ਨੇ, ਨਵੇਂ ਪ੍ਰੋਡਕਟ ਜਿਹੜੇ ਆਏ ਨੇ, ਖਾਸ ਕਰਕੇ ਜੋ ਅੱਜ ਪ੍ਰੋਡਕਟ ਲਾਂਚ ਹੋ ਰਿਹਾ ਹੈ ਜਿਸ ਦੇ ਨਾਲ ਕਿ ਕੀੜਿਆਂ ਦੀ ਫੈਮਿਲੀ ਪਲੈਨਿੰਗ ਕੀਤੀ ਜਾ ਰਹੀ ਹੈ। ਤਾਂ ਜਾਣਦੇ ਹਾਂ ਕੀ ਰਾਜ਼, ਕੀ ਸਿੱਟੇ ਹੋਣਗੇ, ਕੀ ਨਤੀਜੇ ਨਿਕਲਣਗੇ। ਤਾਂ ਸਵਾਗਤ ਹੈ ਸਰ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ ਜੀ। ਜਿਸ ਤਰੀਕੇ ਆਪਾਂ ਜਾਣਦੇ ਹਾਂ ਕਿ ਭਾਰੀ ਨੁਕਸਾਨ ਹੋਇਆ ਇਸ ਵਾਰ ਗੁਲਾਬੀ ਸੁੰਡੀ ਕਰਕੇ, ਤਾਂ ਕਿਸਾਨਾਂ ਨੂੰ ਜਿਹੜਾ ਕਿ 80% ਤੱਕ ਦਾ ਨੁਕਸਾਨ ਹੋ ਗਿਆ ਫਸਲਾਂ ਦੇ ਵਿੱਚ। ਗੁਲਾਬੀ ਸੁੰਡੀ ਜਿਹੜੀ ਕੀ ਹੈ ਆਮ ਸਪਰੇਆਂ ਦੇ ਨਾਲ ਹੁਣ ਉਸ ਨੂੰ ਮਾਤ ਦੇਣਾ ਔਖਾ ਹੋ ਗਿਆ ਹੈ। ਤੇ ਹੁਣ ਕੀ ਲੱਗਦਾ ਕਿ ਇਹ ਜਿਹੜੀ ਨਵੀਂ ਤਕਨੀਕ ਹੈ, ਜਿਹੜਾ ਨਵਾਂ ਪ੍ਰੋਡਕਟ ਹੈ, ਕਿਸ ਤਰੀਕੇ ਕੀੜਿਆਂ ਦੀ ਫੈਮਿਲੀ ਪਲੈਨਿੰਗ ਕੀਤੀ ਜਾ ਰਹੀ ਹੈ, ਕਿਵੇਂ ਇਸ ਦੀ ਵਰਤੋਂ ਹੋਏਗੀ, ਕਿਸਾਨਾਂ ਲਈ ਜਾਣਕਾਰੀ ਸਾਂਝੀ ਕਰੋ। ਦੇਖੋ ਜੀ, ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ 80 ਦੀ ਦਸ਼ਕ ਵਿੱਚ
80s 1980 ਵਿੱਚ ਡਾਕਟਰ ਜੋਗਿੰਦਰ ਸਿੰਘ ਹੁੰਦੇ ਸੀਗੇ ਹੈੱਡ ਐਂਟੋਮੋਲੋਜੀ। ਉਹਨਾਂ ਨੇ ਇਹ ਟੈਕਨੋਲੋਜੀ ਜਿਹੜੀ ਹੈ ਇਹ ਉਸ ਟਾਈਮ ਟੈਸਟ ਕੀਤੀ ਸੀਗੀ। ਉਸ ਤੋਂ ਬਾਅਦ ਕੀ ਹੋਇਆ ਕਿ ਬੇਸਿਕਲੀ ਉਸ ਤੋਂ ਬਾਅਦ ਜ਼ਿਆਦਾਤਰ ਜਿਹੜਾ ਅਟੈਕ ਹੈ ਉਹ ਅਮਰੀਕਨ ਸੁੰਡੀ ਦਾ ਹੋ ਗਿਆ, ਗੁਲਾਬੀ ਸੁੰਡੀ ਦਾ ਘੱਟ ਹੋ ਗਿਆ। ਇਸ ਕਰਕੇ ਇਸ ਟੈਕਨੋਲੋਜੀ ਨੂੰ ਬਹੁਤਾ ਫਾਰਮਰ ਤੱਕ ਪਹੁੰਚ ਨਹੀਂ ਸਕੀ। ਤੇ ਇਸ ਕਰਕੇ ਮੈਂ ਇਹ ਕਹਾਂਗਾ ਕਿ PAU ਨੇ ਬਹੁਤ ਪਹਿਲਾਂ ਹੀ ਇਹ ਟੈਕਨੋਲੋਜੀ, ਹਾਲਾਂਕਿ ਉਸ ਟਾਈਮ ਜਿਹੜੀ ਫਾਰਮੂਲੇਸ਼ਨ ਸੀ ਉਹ ਅੱਡ ਸੀਗੀ। ਉਸ ਤੋਂ ਬਾਅਦ ਕੀ ਹੋਇਆ ਕਿ BT ਆ ਗਿਆ, BT ਨਾਲ ਸਾਰੀ ਸਮੱਸਿਆ, ਬਟ ਹੁਣ BT ਵਿੱਚ ਵੀ ਇਸ ਕੀੜੇ ਨੇ ਸਹਿਨਸ਼ੀਲਤਾ ਜਿਹੜੀ ਹੈ ਉਹ ਡਿਵੈਲਪ ਕਰ ਲਈ ਹੈ। ਇਹ BT ਦੀ ਜਿਹੜੀ ਜ਼ਹਿਰ ਹੈ ਉਹ ਇਹਨੂੰ ਹੁਣ ਮਾਰ ਨਹੀਂ ਕਰਦੀ। ਇਸ ਕਰਕੇ ਤੁਸੀਂ ਇਹ ਮੰਨ ਕੇ ਚਲੋ 2005 ਤੋਂ ਲੈ ਕੇ 2020 ਤੱਕ ਆਪਾਂ BT ਨਰਮਾ ਬੀਜ ਰਹੇ ਸੀ, ਕਿਤੇ ਵੀ ਗੁਲਾਬੀ ਸੁੰਡੀ, ਚਿਤਕਬਰੀ ਸੁੰਡੀ, ਅਮਰੀਕਨ ਸੁੰਡੀ ਕੋਈ ਸ਼ਿਕਾਇਤ ਨਹੀਂ ਕਿਸੇ ਪਾਸ। ਲੇਕਿਨ ਹੁਣ ਇਹ ਹੈ ਕਿ ਕੀੜਾ ਹੀ ਖਾਲੀ ਇਹ ਨਰਮੇ ਦਾ ਵਰਲਡ ਓਵਰ, US ਲੈ ਲਓ, ਬ੍ਰਾਜ਼ੀਲ ਲੈ ਲਓ, ਜਿਹੜੇ ਵੀ ਮੁਲਕ ਨੇ ਜਿੱਥੇ ਕਾਟਨ ਹੁੰਦਾ, ਪਾਕਿਸਤਾਨ ਲੈ ਲਓ, ਬੰਗਲਾਦੇਸ਼ ਲੈ ਲਓ, ਹਰ ਜਗ੍ਹਾ ਤੇ ਇਹ ਕੀੜਾ ਮੁੱਖ ਕੀੜਾ ਹੈਗਾ। ਅਸਲ ਕੀੜਾ ਜਿਹੜਾ ਨਰਮੇ ਦਾ ਹੈ ਨਾ ਉਹ ਗੁਲਾਬੀ ਸੁੰਡੀ ਹੈਗਾ, ਤੇ ਰਹਿੰਦਾ ਵੀ ਖਾਲੀ ਇਸ 'ਤੇ ਹੀ ਹੈ। ਤੁਸੀਂ ਇਹ ਮੰਨ ਕੇ ਚਲੋ 2005 ਤੋਂ ਲੈ ਕੇ 2015 15 ਸਾਲ ਇਹਨੂੰ ਲੱਗੇ ਆਪਣੀ ਹੋਂਦ ਵਾਪਸ ਬਚਾਉਣ 'ਚ। ਇਹ ਕੁਦਰਤ ਦਾ ਨਿਯਮ ਹੈ। ਉਹਨੇ ਫਿਰ BT ਜ਼ਹਿਰ ਨੂੰ ਜਿਹੜਾ ਹੈਗਾ ਉਹਨੂੰ ਟਾਕਰਾ ਕਰਨ ਦੀ ਪੂਰੀ ਸਮਰੱਥਾ ਰੱਖਤੀ। ਹੁਣ BT ਜ਼ਹਿਰ ਇਹਨੂੰ ਅਸਰ ਨਹੀਂ ਕਰਦੀ। ਇਹ ਸਾਨੂੰ ਸਮਝਣਾ। ਕੀਟਨਾਸ਼ਕ ਨੋ ਡਾਊਟ ਹੁਣ ਜਿਹੜੇ ਕੀਟਨਾਸ਼ਕ ਹੈਗੇ, ਬਟ ਇਹਦੇ 'ਚ ਇਹ ਹੈ ਕਿ ਇਹਦਾ ਜਿਹੜਾ ਖਾਣ ਦਾ ਤਰੀਕਾ ਹੈ ਨਾ ਉਹ ਥੋੜ੍ਹਾ ਜਿਹਾ ਬੜਾ ਇੱਕ ਵੱਖਰਾ ਹੀ ਹੈ, ਵਨੇਕਲਾ ਜੀ ਇਹ ਹੈਗਾ ਇਹਦਾ ਨਾ ਖਾਣ ਦਾ ਤਰੀਕਾ। ਕਿਉਂ? ਜਾਂ ਤਾਂ ਇਹ ਫੁੱਲ ਦੇ ਅੰਦਰ ਖਾਂਦੀ ਹੈ, ਫੁੱਲ ਨੂੰ ਉੱਪਰੋਂ ਬੰਦ ਕਰ ਦਿੰਦੀ ਹੈ, ਟਿੰਡੇ ਦੇ ਅੰਦਰ ਖਾਊਗੀ, ਟਿੰਡੇ ਦੇ ਅੰਦਰ ਚਲੀ ਜਾਣੀ ਹੈ। ਤੇ ਉਸ ਕਰਕੇ ਉਹ ਮਾਰ ਕਰਨੀ ਜਿਹੜੀ ਹੈ ਨਾ ਕੀਟਨਾਸ਼ਕਾਂ ਦੀ ਥੋੜ੍ਹੀ ਔਖੀ ਹੁੰਦੀ ਹੈ। ਬਟ ਅਜੇ ਤੇ ਸਾਡੇ ਕੋਲ ਇਹ ਹੈ ਕਿ ਇਹ ਨਹੀਂ ਕਹਿ ਸਕਦੇ ਕਿ ਕਿਉਂਕਿ ਸਾਰੇ ਪਾਸੇ ਇਹ ਟੈਕਨੋਲੋਜੀ ਨਹੀਂ ਚਲੀ ਜਾ ਸਕਦੀ। ਜੋ PAU ਦੀ ਇਸ ਵਕਤ ਐਡਵਾਈਜ਼ਰੀ ਨਿਕਲੀ ਹੈ, ਫਾਰਮਰ ਨੂੰ ਜੇ ਉਹ ਰਾਈਟ ਟਾਈਮ ਤੇ ਫੋਲੋ ਕਰੂਗਾ ਤੇ ਨਰਮੇ ਦੀ ਫਸਲ ਤੇ ਅਸੀਂ ਕੀਟਨਾਸ਼ਕਾਂ ਨਾਲ ਵੀ ਮੈਨੇਜ ਕਰ ਸਕਦੇ ਹਾਂ। ਹੁਣ ਦੂਜੇ ਪਾਸੇ ਇਹ ਕਿ ਇਹ ਵਿਦ ਟਾਈਮ ਹੈ, ਜਿਸ ਤਰ੍ਹਾਂ BT ਆ ਗਿਆ, ਕੋਈ ਹੋਰ ਟੈਕਨੋਲੋਜੀ ਆ ਗਈ, ਆਉਂਦੀਆਂ ਰਹਿੰਦੀਆਂ, ਕੋਈ ਨਵੇਂ ਮੋਲੀਕਿਊਲ ਆ ਗਏ ਜਿਹੜੇ ਕਿ ਬਹੁਤ ਸਮਰੱਥ ਨੇ ਕੀੜਿਆਂ ਨੂੰ ਮਾਰਨ ਵਾਸਤੇ। ਸਾਡੇ ਕੋਲ 2015 ਵਿੱਚ ਚਿੱਟੇ ਮੱਛਰ ਦਾ ਬਹੁਤ ਬੜਾ ਹਮਲਾ ਆਇਆ ਸੀ, ਬਟ ਉਹਨੂੰ ਵੀ ਆਪਾਂ ਕੰਟਰੋਲ ਕਰ ਲਿਆ ਸੀ। ਤੇ ਹੁਣ ਜਿਹੜਾ ਹੈ ਕਿ ਇਹ ਜਿਹੜੀ ਤਕਨੀਕ ਹੈ, ਇਹ ਤਕਨੀਕ ਇਹ ਹੈਗੀ ਹੈ ਮੀਟਿੰਗ ਡਿਸਰਪਸ਼ਨ, ਪ੍ਰਜਨਨ ਵਿੱਚ ਵਿਘਨ ਪਾਉਣਾ। ਕਿਉਂਕਿ ਇਹ ਕੀੜੇ ਵੀ ਸਾਡੇ ਕੋਲ ਇੱਕ ਕਮਜ਼ੋਰ ਕੜੀ ਹੈ। ਕਮਜ਼ੋਰ ਕੜੀ ਕੀ ਹੈ ਕਿ ਕੀੜਾ ਜਦ ਤੱਕ ਨਰ ਤੇ ਮਾਦਾ ਦਾ ਮਿਲਣ ਨਹੀਂ ਹੋਊਗਾ ਨਾ, ਤਦ ਤੱਕ ਜਿਹੜਾ ਫਰਟਾਈਲ ਐਗਸ, ਠੀਕ ਹੈ, ਜਿਨ੍ਹਾਂ ਅੰਡਿਆਂ 'ਚੋਂ ਬੱਚੇ ਨਿਕਲਣੇ ਉਹ ਪੈਦਾ ਨਹੀਂ ਹੋਣੇ। ਚਿੱਟੇ ਮੱਛਰ 'ਚ, ਗੁਲਾਬੀ ਆਪਣੀ ਮੀਲੀ ਬਾਗ 'ਚ ਇਹੋ ਜਿਹਾ ਕੁਝ ਨਹੀਂ ਹੁੰਦਾ। ਉਹ ਨਰ ਤੋਂ ਬਗੈਰ ਵੀ ਆਪਣੀ ਜਿਹੜੀ ਪੀੜ੍ਹੀ ਹੈ ਉਹਨੂੰ ਵਧਾ ਸਕਦੇ। ਤੇ ਇਹ ਸਾਡੇ ਕੋਲ ਕਮਜ਼ੋਰ ਕੜੀ ਹੈ। ਹੁਣ ਕੀ ਹੈ, ਅਸੀਂ ਜਿਹੜਾ ਫੀਰਾਮੋਨ ਹੈ, ਕਿਉਂਕਿ ਨਰ ਤੇ ਮਾਦਾ ਦੀ ਭਾਲ ਜਿਹੜੀ ਹੈ ਆਪਸ ਵਿੱਚ ਅੱਖਾਂ ਨਾਲ ਨਹੀਂ ਹੁੰਦਾ, ਉਹ ਹੁੰਦੀ ਹੈ ਇੱਕ ਕੈਮੀਕਲ ਸਿਗਨਲ ਜਿਹਨੂੰ ਫੀਰਾਮੋਨ ਕਹਿੰਦੇ ਆ। ਮਾਦਾ ਇੱਕ ਕੈਮੀਕਲ ਸਿਗਨਲ ਛੱਡਦੀ ਹੈ, ਨਰ ਉਹਦੇ ਪਿੱਛੇ ਜਾਂਦਾ ਹੈ ਤੇ ਉਹ ਜਿਹੜਾ ਪ੍ਰਜਨਨ ਅੱਗੇ ਚੱਲਦਾ ਹੈ। ਇੱਥੇ ਕੀ ਹੈ, ਇੱਥੇ ਅਸੀਂ ਆਰਟੀਫੀਸ਼ੀਅਲ ਫੀਰਾਮੋਨ ਜਿਹੜਾ ਹੁਣ ਕਿਉਂਕਿ ਬਾਇਓਟੈਕਨੋਲੋਜੀ ਨਾਲ ਐਡਵਾਂਸ ਨਾਲ ਕੀ ਹੈ ਕਿ ਅਸੀਂ ਫੀਰਾਮੋਨ ਜਿਹੜਾ ਹੈ ਉਹ ਲੈਬ 'ਚ ਬਣਾ ਸਕਦੇ ਹਾਂ। ਆਰਟੀਫੀਸ਼ੀਅਲ ਹੂ ਮਿਲਦਾ ਫੀਰਾਮੋਨ, ਉਹ ਫੀਰਾਮੋਨ ਨੂੰ ਅਸੀਂ ਪੂਰੇ ਖੇਤ 'ਚ ਜਿਹੜਾ ਹੈ ਉਹ ਲਗਾ ਦਿੰਦੇ, ਮਤਲਬ ਕਿ ਉੱਥੇ ਉਹ ਫੀਰਾਮੋਨ ਹੀ ਫੀਰਾਮੋਨ ਹੈ। ਇੱਕ ਗੱਲ ਇਹ ਹੈ, ਇਹ ਫੀਰਾਮੋਨ ਦੀ ਗੰਧ ਅਸੀਂ ਨਹੀਂ ਸਮੈਲ ਕਰ ਸਕਦੇ, ਇਹ ਕੋਈ ਹੋਰ ਕੀੜਾ ਵੀ ਨਹੀਂ ਸਮੈਲ, ਇਹ ਬੜਾ ਸਪੈਸੀਫਿਕ ਹੈ, ਇਹ ਉਹ ਕੀੜਾ ਹੀ ਉਹਨੂੰ ਪਛਾਣ ਸਕਦਾ ਹੈ। ਤੇ ਇਸ ਕਰਕੇ ਅਸੀਂ ਕੀ ਕਰਦੇ ਹਾਂ, ਉਸ ਖੇਤ ਨੂੰ ਸੈਚੂਰੇਟ ਮਤਲਬ ਕਿ ਸੰਤ੍ਰਿਪਤ ਕਰ ਦਿੰਦੇ ਹਾਂ। ਉਹ ਖੇਤ ਜਿਹਦੇ 'ਚ ਲਗਾਵਾਂਗੇ 400 ਸਪੌਟ 'ਤੇ ਆਪਾਂ ਕਹਿ ਰਹੇ ਹਾਂ ਪੇਸਟ ਨੂੰ ਲਗਾਉਣਾ ਹੈ, ਉਹਦੇ ਵਿੱਚ ਸਾਰੇ ਪਾਸੇ ਇਹੀ ਗੰਧ ਹੋਣੀ ਹੈ। ਉਸ ਗੰਧ ਨਾਲ ਕੀ ਹੋਣਾ ਹੈ ਕਿ ਜਿਹੜੀ ਅਸਲ ਮਾਦਾ ਦੀ ਗੰਧ ਹੈ ਉਹ ਮਾਸਕ ਹੋ ਜਾਣੀ ਹੈ, ਉਹ ਦਬ ਜਾਣੀ ਹੈ। ਤੇ ਜਿਹੜਾ ਪੌਦੇ 'ਚ ਕਿਸ ਥਾਂ ਤੇ ਐਗਜ਼ੈਕਟਲੀ ਇਹਨੂੰ ਲਾਉਣਾ? ਉਹਦੇ 'ਚ ਇਸ ਤਰ੍ਹਾਂ ਹੈ, ਪੌਦੇ ਵਿੱਚ ਜਿਹੜਾ ਹੈ ਨਾ, ਤੁਸੀਂ ਇਹ ਮੰਨ ਕੇ ਪੌਦੇ ਦੇ ਟੂਸੇ ਤੋਂ ਇੱਕ ਗਿੱਠ ਥੱਲੇ, ਜਟਕੀ ਭਾਸ਼ਾ ਮੈਂ ਕਿਉਂ ਹੁਣ ਤੁਹਾਨੂੰ ਦੱਸਾਂ ਕਿ ਇੰਨਾ ਮੇਜਰਮੈਂਟ ਉਨਾ ਫੀਤਾ ਉਹੋ ਜਿਹੀ ਨਹੀਂ, ਇੱਕ ਗਿੱਠ ਥੱਲੇ ਦਾ ਮਤਲਬ ਹੈ 5ਵੀਂ ਜਾਂ 6ਵੀਂ ਗੰਢ ਤੇ ਪੱਤੇ ਤਣੇ ਦੀ ਤੇ ਪੱਤੇ ਦੀ ਜਿਹੜੀ ਗੰਢ ਹੁੰਦੀ ਹੈ ਉਹਦੇ ਵਿੱਚ ਗੁਲਾਬੀ ਇਹ ਆਪਣਾ ਜਿਹੜਾ ਹੁੰਦਾ ਹੈ ਕਾਬਲੀ ਚਨੇ ਦਾ ਦਾਣਾ ਇਹਨਾਂ ਤੇ ਲਗਾਉਣ ਨੂੰ ਬਹੁਤਾ ਟਾਈਮ ਨਹੀਂ ਲੱਗਦਾ। ਇੱਕ ਬੰਦਾ 1.5 ਘੰਟੇ 'ਚ ਕਿੱਲਾ ਜਿਹੜਾ ਉਹ ਨਿਬੇੜ, ਕਿਉਂਕਿ ਨਾ ਉਹਦੇ ਪਿੱਛੇ ਢੋਲੀ ਹੈ, ਨਾ ਗਰਮੀ ਹੈ, ਨਾ ਸਪਰੇਅ, ਇੱਕ ਟਿਊਬ ਹੱਥ 'ਚ ਫੜੀ ਹੋਈ ਹੈ ਤੇ ਲਗਾਉਂਦੇ ਜਾਣਾ ਹੈ। ਤੇ ਉਹ ਪ੍ਰੈਜੈਂਟੇਸ਼ਨ 'ਚ ਆਪਾਂ ਤੁਹਾਨੂੰ ਦੱਸਾਂਗੇ ਕਿ ਡਿਟੇਲ 'ਚ ਕਿਸ ਤਰੀਕੇ ਨਾਲ ਇਹਨੂੰ ਲਾਉਣਾ ਹੈ, ਲਾਉਣ ਦਾ ਕੀ ਢੰਗ ਹੈਗਾ, ਬਟ ਇਹਨੂੰ ਲਗਾਉਣਾ ਸੌਖਾ ਹੈ ਤੇ ਉਸ ਤਰੀਕੇ ਨਾਲ ਜਿਹੜਾ ਹੈ ਅੱਗੇ ਦਾ ਪ੍ਰਜਨਨ ਨਹੀਂ ਹੋਊਗਾ। ਇਹਦੇ ਵਾਸਤੇ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ ਜਿਹੜੀ ਫਾਰਮਰ ਨੂੰ ਸਾਨੂੰ ਕਨਵੇ ਕਰਨੀ। ਇੱਕ ਕਿ ਸਹੀ ਟਾਈਮ ਮਤਲਬ ਇਹ ਹੈ ਕਿ ਉਸ ਟਾਈਮ ਤੇ ਲਾਣਾ ਹੈ ਜਿਸ ਟਾਈਮ ਤੇ ਬੋਗੀ ਜਿਹਨੂੰ ਕਹਿੰਦੇ ਆ, ਫੁੱਲ ਡੋਡੀ ਕਹਿੰਦੇ ਆ ਨਰਮੇ 'ਚ ਨਾ, ਕਾਟਨ 'ਚ, ਜਦੋਂ ਮਤਲਬ ਕਿ ਫਲਾਵਰ ਤੋਂ ਪਹਿਲਾਂ ਜਿਹੜੀ ਹੈ ਡੋਡੀ ਬਣਨੀ ਸ਼ੁਰੂ ਹੋ ਜਾਂਦੀ ਹੈ, ਉਸ ਟਾਈਮ ਤੇ ਹੀ ਲਾਣਾ ਹੈ। ਕਿਉਂਕਿ ਗੁਲਾਬੀ ਸੁੰਡੀ ਦੀ ਜਿਹੜੀ ਪਤੰਗਾ ਹੈ ਇਹ ਅੰਡੇ ਦਿੰਦੀ ਹੈ ਜਾਂ ਤੇ ਫੁੱਲ ਡੋਡੀ ਤੇ, ਜਾਂ ਫੁੱਲ ਤੇ, ਜਾਂ ਟਿੰਡੇ ਤੇ।
ਇਹ ਤਿੰਨ ਜਗ੍ਹਾ ਤੇ ਜੇ ਪੱਤੇ ਤੇ ਅੰਡਾ ਦਊਗੀ ਇਹ ਉਹ ਨਹੀਂ ਕਾਮਯਾਬ ਹੋਣਾ, ਉਹ ਬਚਣਾ ਵੀ ਨਹੀਂ ਕਿਉਂਕਿ ਉਹਨੂੰ ਖੁਰਾਕ ਹੀ ਨਹੀਂ ਮਿਲਣੀ। ਬੇਸਿਕਲੀ 30 ਕੁ ਦਿਨਾਂ 30-35 ਦਿਨਾਂ ਤੱਕ 35 ਤੋਂ 45 ਦਿਨ ਦਾ ਆਪਣੇ ਇਸ ਹਿਸਾਬ ਤੋਂ 35 ਤੋਂ 45 ਦਿਨ ਜਿਹੜਾ ਹੈਗੇ ਉਹ ਰਾਈਟ ਟਾਈਮ ਹੈਗਾ ਕਿ ਅਸੀਂ ਇਹਨੂੰ ਲਗਾ ਦੇਣਾ ਕਿ ਫਿਰ ਉਸ ਤੋਂ ਬਾਅਦ 3 ਐਪਲੀਕੇਸ਼ਨ ਨੇ ਤੇ ਸਾਡੇ ਕੰਡੀਸ਼ਨ ਕਿੰਨੇ ਗੈਪ ਬਾਅਦ 3 ਐਪਲੀਕੇਸ਼ਨ? ਇੱਕ ਮਹੀਨੇ ਦੇ ਗੈਪ ਤੇ ਹੈ, 30 ਦਿਨਾਂ ਦੇ ਗੈਪ ਤੇ ਹੈਗਾ ਐਪਲੀਕੇਸ਼ਨ। ਬਾਕੀ ਇਹਦੇ 'ਚ ਐਡਵਾਂਟੇਜ ਇਹ ਹੈ ਕਿ ਜੇ ਸਹੀ ਤਰੀਕੇ ਨਾਲ ਲਾਇਆ ਹੋਏ ਤੇ ਇਹਦੇ ਵਿੱਚ ਮੀਂਹ ਕਣੀ ਸੂਰਜ ਦੀ ਗਰਮੀ ਸਰਦੀ ਦਾ ਕੋਈ ਫਰਕ ਨਹੀਂ ਪੈਂਦਾ, ਇਹਨੇ ਫੀਰਾਮੋਨ ਇਹ ਕਰ ਹੀ ਜਾਣਾ ਹੈ। ਬਿਲਕੁਲ ਤੁਸੀਂ ਇਹ ਮੰਨ ਕੇ ਚਲੋ ਜਿੱਦਾਂ ਕਾਬਲੀ ਚਨਾ ਹੈ ਨਾ ਉਸ ਤਰ੍ਹਾਂ ਹੀ ਇਹਨੂੰ ਲਗਾਉਣਾ ਹੈ, ਉਨਾ ਹੀ ਸਪੌਟ ਬਸ ਉੱਥੇ ਜਿਸ ਤਰ੍ਹਾਂ ਟਿਕਾਤਾ ਕਾਬਲੀ ਚਨਾ ਇੰਨਾ ਕੀ ਸਪੌਟ ਉੱਥੇ ਲਗਾਤਾ, ਉਹਦੇ ਚੋਂ ਗੰਧ ਕਾਬਲੀ ਚਨਾ ਇਸ ਕਰਕੇ ਤਾਂ ਕਿ ਉਹਦੇ ਚੋਂ ਗੰਧ ਜਿਹੜੀ ਆ ਉਹ ਨਿਕਲਦੀ ਰਹੇ ਚਿਰ ਤੱਕ। ਵੈਸੇ ਇਹਦਾ ਜਿਹੜਾ ਕਲੇਮ ਹੈ ਉਹ 45 ਦਿਨ ਤੱਕ ਹੈਗਾ, ਠੀਕ ਹੈ। ਅਸੀਂ ਇਹਨੂੰ ਖੋਜ ਟਰਾਇਲਾਂ 'ਚ ਆਪਣੇ 2 ਸਾਲ ਅਸੀਂ ਇਹਨੂੰ ਆਪਣੇ ਟੈਸਟ ਖੋਜ ਕਿਉਂਕਿ PIU ਦਾ ਪ੍ਰੋਟੋਕੋਲ ਹੈ, ਅਸੀਂ ਕਿਸੇ ਵੀ ਟੈਕਨੋਲੋਜੀ ਨੂੰ ਪਹਿਲਾਂ ਆਪਣੇ ਰਿਸਰਚ ਟਰਾਇਲਾਂ ਟੈਸਟ ਕਰਦੇ ਹਾਂ। ਟੈਸਟ ਕਰਨ ਤੋਂ ਬਾਅਦ ਜੇ ਸਾਨੂੰ ਰਿਜ਼ਲਟ ਜਿਹੜੇ ਆ ਉਹ ਅੱਛੇ ਲੱਗਦੇ ਫਿਰ ਅਸੀਂ ਇਹਨੂੰ ਫਾਰਮਰ ਫੀਲਡ ਐਤਕੀ ਅਸੀਂ ਇਸ ਨੂੰ ਲਗਭਗ 4000 ਕਿੱਲੇ ਤੇ, ਠੀਕ ਹੈ, ਡਿਮੋਨਸਟ੍ਰੇਟ ਕਰ ਰਹੇ ਹਾਂ। ਮਾਨਸਾ, ਫਰੀਦਕੋਟ, ਬਠਿੰਡਾ, ਮੁਕਤਸਰ, ਅਬੋਹਰ ਹਰ ਇੱਕ ਪਿੰਡ ਅਸੀਂ ਪੂਰਾ ਪਿੰਡ ਅਡਾਪਟ ਕੀਤਾ ਹੋਇਆ ਹੈ। ਪੁੱਛਣ ਨਹੀਂ ਲੱਗਿਆ ਸੀ ਕਿਸਾਨਾਂ ਤਾਈਂ ਕਿ PIU ਖਾਸ ਉਪਰਾਲਾ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਭਾਰੀ ਮਾਰ। ਬਿਲਕੁਲ ਗੱਲ ਇਹ ਹੈ ਨਾ, ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਅਸੀਂ ਟੈਕਨੋਲੋਜੀ ਟੈਸਟ ਕਰ ਲਈ, ਅਸੀਂ ਉਹਦੇ ਤੇ ਸੈਟੀਸਫਾਈ ਹੋ ਗਏ। ਸਾਡਾ ਇਹ ਹੈ ਅਸੀਂ ਤੀਜੇ ਸਾਲ ਦੀ ਜਿਹੜੀ ਟੈਸਟਿੰਗ ਹੈ ਨਾ ਉਹ ਫਾਰਮਰ ਫੀਲਡ ਤੇ ਹੀ ਕਰਦੇ ਹਾਂ ਤਾਂ ਕਿ ਫਾਰਮਰ ਨੂੰ ਪਤਾ ਲੱਗ ਜਾਏ, ਕਿਸਾਨ ਨੂੰ ਪਤਾ ਲੱਗ ਜਾਏ ਹਾਂਜੀ ਇਸ ਟੈਕਨੋਲੋਜੀ ਜੇ ਉਹਨੂੰ ਲੱਗੂਗਾ ਕਿ ਦਮ ਹੈਗਾ ਤੇ ਟੈਕਨੋਲੋਜੀ ਆਪ ਹੀ ਅੱਗੇ ਜਾਣੀ ਹੈ, ਸਾਨੂੰ ਲੋੜ ਹੀ ਨਹੀਂ ਕੁਝ ਕਹਿਣ ਦੀ। BT ਜਦੋਂ ਆਇਆ ਸੀ 2005 'ਚ ਇਹਦੀ ਲਗਭਗ ਤੁਸੀਂ ਮੰਨ ਕੇ ਚਲੋ ਏਰੀਆ ਸੀਗਾ 10,000 ਕਿੱਲੇ। ਉਸ ਤੋਂ ਬਾਅਦ ਤੁਸੀਂ ਹੁਣ ਦੇਖੋ ਜਿੰਨਾ ਵੀ 2.5 ਲੱਖ ਹੈਕਟੇਅਰ ਜਿੰਨਾ ਵੀ ਹੈਗਾ ਪੰਜਾਬ 'ਚ ਉਹ ਸਾਰਾ ਆਲਮੋਸਟ BT ਦੇ ਅੰਡਰ ਹੈ। ਹਰਿਆਣੇ ਵਿੱਚ ਵੀ ਇਸ ਤਰ੍ਹਾਂ ਹੈ, ਰਾਜਸਥਾਨ ਵਿੱਚ ਵੀ ਇਸ ਤਰ੍ਹਾਂ ਹੀ ਹੈ। ਲਗਭਗ 99% ਏਰੀਆ ਟੈਕਨੋਲੋਜੀ ਅੱਛੀ ਸੀ, ਫਾਰਮਰ ਨੇ ਆਪ ਹੀ ਅਡਾਪਟ ਕਰਤੀ ਤੇ ਇਸ ਕਰਕੇ ਜੇ ਟੈਕਨੋਲੋਜੀ ਵਧੀਆ ਹੋਊਗੀ ਦਮ ਹੋਊਗਾ ਤੇ ਆਪ ਹੀ ਜਾਊਗੀ। ਅਸੀਂ ਆਪਣੇ ਰਿਸਰਚ ਟ੍ਰਾਇਲ ਕਰ ਲਏ, ਅਸੀਂ ਹੁਣ ਇਹਨੂੰ ਪ੍ਰਮਾਣਿਤ ਕਰਨਾ ਕਿਸਾਨ ਦੇ ਫੀਲਡ ਤੇ ਅਸੀਂ ਉਹੀ ਕਰ ਰਹੇ ਹਾਂ। ਐਤਕੀ ਅਸੀਂ ਇਹਨੂੰ ਜਿਹੜਾ ਹੈਗਾ ਬਿਲਕੁਲ ਪ੍ਰਮਾਣਿਤ ਕਰਕੇ ਟੈਕਨੋਲੋਜੀ ਆਪ ਹੀ ਅੱਗੇ ਚੱਲ ਸਕਦੀ ਹੈ। ਧੰਨਵਾਦ ਜੀ, ਧੰਨਵਾਦ ਜਾਣਕਾਰੀ। ਥੈਂਕ ਯੂ ਸੋ ਮਚ। Emission meeting interception technology we have developed it, and that has been first time it has been tested and verified at EVS Raichur. So it is a area wide management we have done it. So in about 600 acres we have done it, then that is the first of its kind. So what we did is, this is actually simple mating disruption technology. What we do is, in nature the female normally communicate with the male by producing a small chemical. So that is perceived by their own males. So this chemical is artificially synthesized and it is applied to the cotton. So one tube, 125 gram, 400 source points, matlab 400 plants. So if I apply, once it is applied from 35 days or 40 days crop, it will work up to 30 days. So continuously the pheromone will be emitted. So the males will be get attracted thinking that it is a female. So there won't be any female there for copulation. So males and females will not be able to copulate, and that's how the reproduction goes down. The family planning occurs. So in fact, family planning normally applies to the human beings. Now it is applicable for the insects also because they are not listening to our words. In the sense, they are not getting control. So the only way out for the farmers of the cotton growing farmers of Punjab or any farmer of our country, now this is the only technology which comes to the rescue. This is the only technology which saves the cotton growing farmer from pink bollworm, which is going to cause 4 to 5 quintals per acre loss. I repeat, it is minimum of 4 to 5 quintal loss even after spray of 4 to 5 times exclusively for pink bollworm. Then imagine. Is there any time window the product once the farmer sprays the product? Oh, sorry, this is not a spray. Uses the product, and what time window can we expect for the results to show up? Actually, the first basic success depends on the first application itself. So when the crop is around 35 to 40 days, first application has to be applied. So of course, the pink bollworm normally comes when the crop is around 55, 60, 65 days. But very first application is the prime success because the pheromone, by then the moth emerges, the pheromone has to be get saturated in the field. So that once the male, the moths are get immersed, so they have to be get disrupted. So there should not be any scope. The first application is the prime success, then followed by 30 days interval. Suppose if you are applying at 40, then 70, 100 days. So 3 application is compulsory, 4th is optional to the farmer. By this way, see,
whatever the chemical, the cost that you are spending towards the chemicals will be equal to that of application of this cremate. Cost wise, absolutely it is almost on par. It is same. But the thing is that the pink bollworm which is gauging loss to the tune of 4 to 5 quintals per acre, this product is going to save. So this is the need of the hour, and of course और एक खासियत है इसमें. So this product can be locally synthesized because it's an organic, and this very well suits in Make in India of a slogan of our Honorable Prime Minister Modi Saab. How did you basically conceive the idea? Because pink bollworm is a big headache for the farmers. Basically, Punjab is heavily dependent on agriculture, and cotton is a crop that is cultivated on large scale here. And pink bollworm is a problem which is faced by the farmers in Punjab too. Basically, all over India, it is a problem. So, how did you basically conceive the idea? Other than sprays, how did you conceive the idea of this product, Cremitin? Namaskar. Actually, the pheromone, what we call it, is because while we communicate, usually humans communicate through eyes between individuals, and when you communicate, or maybe through sound, but insects communicate through the chemicals. These chemicals, we call it as pheromones. These pheromones are so active that if you keep one female here, a male which is almost 2 kilometers away can perceive that female is there, and it will come and mate. Then the female will lay the egg and the family is made. So this pheromone research is almost like 75 years old. So that chemical what the female pink bollworm is releasing is analyzed somewhere in 1970s, and we used to use it only for monitoring. So monitoring means if you keep it in the field, whenever the pink bollworm is about to come, whenever the male moths are active, we can find out, oh, this is the period when the male moths are active, and again we can go for insecticide spray and other things. But here what we are trying to do is, in the monitoring system, we use very low quantity of pheromone, say 3 milligram or something. But here, whatever today we are talking about, we use high quantity, almost like 300 milligrams per one droplet. So what we do is, if you go to a shop and if you get a small scent in a small quantity, you are attracted. If it is more, you are deterred. Suppose the whole area is smelling with biryani or something. Yes, too. Same thing we do. So what we say is, we inundate the whole area with the smell of female pheromone. So actually what happens is, the male is unable to find the female because it is confused. So this we call it as a mating confusion or mating disruption. So here the same thing we are using. So instead of keeping one trap in one place, the whole field we are keeping with these pheromone droplets. So the males are unable to go and mate. If the mating is stopped or delayed, the female egg laying is greatly reduced. It is almost like 70-80% reduced. This awesome product, it is not a spray, it does not pollute the environment, it does not pollute the water, it does not pollute the crop. And yet it still kills the pink bollworm. It doesn't kill the pink bollworm, actually. It doesn't allow the pink bollworm to reproduce. उसको बच्चा पैदा करने नहीं देता. उसका मीटिंग जो नेचर में क्या होता, नर कीट रहता और मादा कीट रहता. नर और मादा कीट में संभोग जो होता है ना, उससे उसका बच्चा पैदा होता. ये प्रोडक्ट है जो इंसेक्टिसाइड नहीं है, मगर फिर को उसको बच्चों को कीट का बच्चा जो है ना, एक मादा कीट 200 से 300 अंडे देने का चांसेस है. समझ लो इनिशियली 10-15 है, वो 10-15 में आधा मादा होगा, आधा नर होगा, वो दोनों मिलके समझ लो 10 मल्टीप्लाइड बाई 200, वो कितना हो जाएगा, वो लगभग वो. और हाँ, नेक्स्ट साइकिल में क्या होता, वो 2000 जो निकला है, वो 2000 इंटू मल्टीप्लाइड बाई अनदर 2000, मिलियंस में बढ़ जाता है. एक्सपोनेंशियली ये ग्रोथ होता रहता. उसको चेन ब्रेक करना है. हम कोरोना में कैसे करा, वो स्प्रेड जो ऐसा है
यहाँ पे भी ये कीट जो बोलते हैं ना, इसका पिंक बोलवा गुलाबी सुंडी जो है वो काटन का क्रॉप कोरोना का जैसा है। इसका चेन ब्रेक करना है, इसको ग्रोथ ब्रेक करना है। अगर ब्रेक करे तो उसका बच्चा ही पैदा नहीं होता। अगर बच्चा पैदा नहीं हुआ तो हमारा खेती में जो हमारा नरमा में जो गुलाबी सुंडी का नुकसान जो हो रहा है ना, उसका बच्चा ही है। उसको बच्चा ही पैदा नहीं दिया तो, अंडा ही नहीं देना दिया तो हमारा फसल जो है वो हमारा किसान भाइयों को उसका फुल पोटेंशियल जो भी है वो मिलता रहता है। इसका एडवांटेज है। हमारे यहाँ पे कीट को नहीं किल नहीं कर रहे, उनको फैमिली प्लानिंग कर रहे, उसका बच्चों का पैदा नहीं होने दे रहे। ये बढ़िया टेक्निक है। हम ये टेक्निक को पूरा वर्ल्ड में दे चुका है और इंडिया में पहले बार ये इंट्रोड्यूस कर रहा है। ये पंजाब और हरियाणा राष्ट्रों में एक बढ़िया प्रोडक्ट है। ये समय में जो नरमा में गुलाबी सुंडी से हमारा किसान भाइयों जो सफ़र कर रहे, इसके लिए ये वरदायक है। You mentioned COVID. Did you basically conceive the idea out of the COVID thing? How that we need to break the chain of these worms? Not really. In fact, we've been working on this technology for the last 7 years. क्योंकि गुलाबी सुंडी जो है हरियाणा और पंजाब में पिछले साल ही आ चुका है, मगर इससे पहले साउथ में जो कर्नाटक राज्य में और तेलंगाना और आंध्र प्रदेश और महाराष्ट्र में ये 2015 से ही फैल चुका है। महाराष्ट्र में और गुजरात में हम 2015 से ही इसका ट्रायल दे चुका है। मगर ये भारत देश का पहला ऐसा प्रोडक्ट है, पहला ऐसा टेक्नोलॉजी है जो पंप नहीं रिक्वायरमेंट नहीं होता और जो टॉक्सिक नहीं रहता। हमारा किसान भाइयों का उसका खेती का फसल में इंसेक्ट मैनेजमेंट जो करना है, गुलाबी सुंडी को मैनेज करना है, इतना आसान हो गया उसके ऊपर कुछ हानिकारक कीटनाशक का ज़रूरत नहीं है। हमारा जो सॉइल है उसको बच रहे, पानी को बच रहे और लेबरर को भी इसको पूरा 1 एकड़ में लगाने के लिए सिर्फ 1 घंटा ही लगेगा। एक लेडी वर्कर भी कर सकते आराम से। ऐसा टेक्निक है। एक 125 ग्राम्स का ट्यूब जो मिलता है वो उसको लेके एक 35 दिन के टाइम पे फसल में हम जो लीफ एक्सेल रहता है पौधे से ऊपर से 10 सेंटीमीटर नीचे, ये एक्सेल जो रहता है ना, ब्रांचिंग जो होता है ना, वहाँ पे एक 250 mg का जितना हम सुबह सुबह उठ के हमारा टूथपेस्ट के ऊपर पेस्ट लगाते हैं ना, उतना चना जैसा मटर का साइज़ का एक बूंद लगाना बस। एक लगाने के बाद और 4 मीटर तक 3 से 4 मीटर आगे जाके हर पौधे के ऊपर लगाने का ज़रूरत नहीं है। 3 से 4 मीटर जाके वहाँ पे लगाना। ऐसा 400 जगह पे लगा दिया तो वो 30 दिन तक काम रहता है। जो बारिश हो, जो टेम्परेचर बढ़ने दो, जो भी हो, इसके ऊपर नेगेटिव इफेक्ट कुछ नहीं रहता। ये काम करता ही रहता। उसको हमारा फसल को, नरमा को प्रोटेक्ट करता ही रहता। एक इसका कामदारी ऐसा है, एक कीट को मारता ही नहीं है, मगर उसका बच्चा को पैदा नहीं होने देता। बच्चा नहीं पैदा तो हमारा फसल प्रोटेक्टेड रहता। ये इतना इम्पोर्टेंस है। हाउ कॉस्ट इफेक्टिवली इट इज़ फॉर द फार्मर्स? कितना इसका खर्चा कितना आएगा अगर लगाना होगा तो एक किसान? ये पहले मैं कितना खर्चा होता वो बताने से पहले आपको ये बताऊंगा मैं कितना नष्ट हो रहा है इसका, हमारा किसान भाइयों के कितना नष्ट हो रहा है। लगभग हमारा किसान भाइयों के 1 एकड़ के लिए 10 से 12 कुंटल का हमारा नरमा जो मिलता है ना, आजकल उसका रेट चल रहा था 10,000 तक, मगर MSP भी है गवर्नमेंट की तरफ से 6,000 पर कुंटल। समझ लो 8 से 10,000 होगा इस साल भी हमारा किसान भाइयों को अच्छा रेट मिलना है। ये सब के लिए हमारा सबका कोशिश है। मगर नॉट ओनली द रेट, वी हैव टू गेट द गुड क्वालिटी से भी उनका अच्छा इनकम हो जाता और यील्ड भी होना है। पिछले साल देखे तो पूरा साउथ में और हमारा पंजाब हरियाणा में भी किसान भाइयों ने 10 कुंटल के जगह पे 2-3 कुंटल ही हार्वेस्ट कर लिया। लगभग 8 कुंटल का नुकसान हो गया है। ये 8 कुंटल का नुकसान जो भी है ये गुलाबी सुंडी से ही हुआ है। सो समझ लो 8 कुंटल का दाम निकले तो आप कैलकुलेट करें तो लगभग आपको 80,000 समझ के 10,000 जो है जो रेट मिला है हमारा
wish है that the farmers also get the same price. समझ लो उसका 80,000 जो नुकसान हो गया सिर्फ एक कीट से गुलाबी सुंडी जो है। इसको प्रोटेक्ट करने के लिए हम ये प्रोडक्ट लेके आए हैं। इसको 3 बार एप्लीकेशन करना पड़ेगा। एक बार एप्लीकेशन करने के लिए एक ट्यूब यूज़ करना पड़ेगा। एक ट्यूब का दाम है 1449 होगा एक बार लगाने के लिए। एक बार लगाए तो ये 30 दिन तक काम करता ही रहता। पहले 35 दिन के बाद सोइंग के बाद 35 दिन में एक बार, और उसके बाद 60 to 65 डेज़ और 70 डेज़ के बाद, और 90 to 95 डेज़ 100 3 बार लगाए तो उसका जो है 90% गुलाबी सुंडी से बच सकता है उसका फसल को। समझ लो 3 बार लगा दिया, आपको लगभग 4,000 इधर उधर हो गया। वो आधा कुंटल का दाम भी नहीं है। वो जहाँ पे हमारा किसान भाई जो है 8 कुंटल का नष्ट हो रहे 70,000-80,000 rupees what he is losing on pink bollworm damage is he'll be able to protect with the investment of around 4,000 to 5,000 rupees. Thank you, sir. Thank you for informing. Thank you very much. Of the pink bollworm through pheromone traps. Now there is an alternative technology or eco-friendly technology which the CIBRC, Central Insecticide Board, has approved and for commercial use. And now that technology is available by 2-3 companies in India. So one of the companies is ATGC Biotech, and another one is BI Industries, PB Rope. So these two mating disruption technologies, which have the potential to bring down the pink bollworm population, because a population when it comes down, especially starting very early, before even at square bud stage itself, throughout the season, if you are able to provide a lasting solution, season long, then definitely the population will come down, the egg laying will come down, and we will have less larval incidents, less damage, crop damage. So this particular technology needs to be tested, evaluated in a public-private partnership mode, and that is how CICR has come into play now with the university, with the Department of Agriculture. We are collaborating and then trying to evaluate this product in a research trials, in field demonstration trials across Punjab, across Haryana, and other central states also. So see the effect, how effective this technology is. So with the participation of farmers, we will be able to do it and then evaluate what dose, how frequently we have to apply, and what is the season-long effect, how much damage we are able to control, and what is the economics and all, we'll come to know at the end of this season. So that is the initiative. Once the stats are out, how does CICR plan on promoting or boosting the knowledge of such techniques to the farmers who are doing their job or who are doing farming in very remote areas and are not well informed about the modern techniques of farming? Once this technology is available, for example, Punjab Agriculture University, we are now going to enter into a memorandum of understanding. Like that, University of Agriculture Sciences, Dharwad, all the universities which bring these new technologies into the package of practice, because agriculture is a state subject. So our role is an advisory and research oriented. ਜਿਸ ਤਰੀਕੇ ਆਪਾਂ ਗੁਲਾਬੀ ਸੁੰਡੀ ਦੀ ਗੱਲ ਕਰ ਲਈਏ, ਨਰਮੇ ਦੀ, ਤਾਂ ਇਸ ਵਾਰ ਭਾਰੀ ਨੁਕਸਾਨ ਹੋਇਆ ਸੀ। ਸਰਕਾਰਾਂ ਤੋਂ ਮੁਆਵਜ਼ੇ ਵੀ ਮੰਗੇ ਗਏ, ਧਰਨੇ ਵੀ ਲੱਗੇ, ਪਰ ਗੱਲ ਉੱਥੇ ਖੜਦੀ ਹੈ ਕਿ ਗੁਲਾਬੀ ਸੁੰਡੀ ਨੂੰ ਮਾਤ ਕਿਵੇਂ ਦਿੱਤੀ ਜਾਣੀ ਹੈ। ਨਵੀਆਂ ਤਕਨੀਕਸ ਆ ਰਹੀਆਂ ਨੇ। ਤੁਸੀਂ ਦੱਸੋ ਸਰ, ਜਿਹੜੇ ਕਿਸਾਨ ਪਿੰਡਾਂ ਦੇ ਵਿੱਚ ਬੈਠੇ ਨੇ, ਨਵੀਆਂ ਤਕਨੀਕਾਂ ਕੀ ਅੱਜ ਇਜਾਦ ਹੋ ਰਹੀਆਂ ਨੇ ਤਾਂ ਕਿ ਉਹਨਾਂ ਤੱਕ ਇਹ ਜਾਣਕਾਰੀ ਪਹੁੰਚੇ ਕਿ ਕਿਵੇਂ ਆਪਾਂ ਗੁਲਾਬੀ ਸੁੰਡੀ ਨੂੰ ਮਾਤ ਪਾ ਸਕਦੇ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਗੁਲਾਬੀ ਸੁੰਡੀ ਨੇ ਪਿਛਲੇ ਸਮੇਂ ਦੇ ਵਿੱਚ ਕਾਫੀ ਨੁਕਸਾਨ ਕੀਤਾ ਸੀਗਾ। ਇਸ ਸਾਲ ਅਸੀਂ ਕਾਫੀ ਮੇਜਰ ਲਏ ਹੈ ਜੋ ਅਸੀਂ ਲੈ ਸਕਦੇ ਸੀ। ਪਿੰਡਾਂ ਦੇ ਵਿੱਚੋਂ ਛਟੀਆਂ ਨੂੰ ਚੁਕਾਇਆ, ਫੀਰੋਮੋਨ ਟਰੈਪ ਲਗਾ ਕੇ ਇਹਦੀ ਮੋਨੀਟਰਿੰਗ ਕਰ ਰਹੇ ਹਾਂ। ਸਰਵੇਲੈਂਸ ਟੀਮਾਂ ਵੀ ਬਣਾਈਆਂ ਗਈਆਂ ਹਨ। ਅਖਬਾਰਾਂ ਦੇ ਰਾਹੀਂ ਅਸੀਂ ਕਿਸਾਨਾਂ ਨੂੰ ਅਗਾਹ ਕਰ ਰਹੇ ਹਾਂ ਕਿ ਜਿਹੜੇ ਇੱਕ ਸਪਰੇਅ ਸ਼ਡਿਊਲ ਵੀ ਅਸੀਂ ਅਖਬਾਰਾਂ ਦੇ ਵਿੱਚ ਐਡਵਰਟਾਈਜ਼ਮੈਂਟ ਕਰਕੇ ਦੇ ਦਿੱਤਾ। ਸਾਡੇ ਕੈਂਪ ਲਾ ਕੇ ਵੀ ਕਿਸਾਨਾਂ ਨੂੰ ਅਸੀਂ ਟੈਕਨੋਲੋਜੀ ਦੇ ਬਾਰੇ ਦੱਸ ਰਹੇ ਹਾਂ। ਇਸ ਤੋਂ ਇਲਾਵਾ ਜਿਹੜੀਆਂ ਨਵੀਂ ਟੈਕਨੋਲੋਜੀ ਜਿਹੜੀ ਹੈ ਸਪਲਾਟ ਕ੍ਰੀਮੈਟ ਜਿਹੜੀ ਅੱਜ ਰਿਲੀਜ਼ ਕਰ ਰਹੇ ਆ, ਇਹਦੇ ਬਾਰੇ ਵੀ ਜਿਹੜੇ PAU ਵੱਲੋਂ ਵੀ ਸਿਫਾਰਿਸ਼ ਕੀਤੀ ਗਈ ਹੈ ਅਤੇ ਅਸੀਂ ਉਸ ਨੂੰ ਜਿਹੜਾ ਕਿਸਾਨਾਂ ਦੇ ਵਿੱਚ ਲਿਜਾ ਰਹੇ ਹਾਂ ਤਾਂ ਕਿ ਜਿਹੜਾ ਇਸ ਸਾਲ ਗੁਲਾਬੀ ਸੁੰਡੀ ਤੋਂ ਜਿਹੜਾ ਕਿਸਾਨਾਂ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ। ਔਰ ਸਾਨੂੰ ਉਮੀਦ ਹੈ ਕਿ ਅਸੀਂ ਇਸ ਸਾਲ ਪੂਰੀ ਤਰ੍ਹਾਂ ਕਾਮਯਾਬੀ ਦੇ ਨਾਲ ਇਸ ਨੂੰ ਕੰਟਰੋਲ ਕਰ ਲਵਾਂਗੇ।
ਕੀ ਖਰਚੇ ਵਾਲੇ ਪੱਖ ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ ਕਿ ਇਹ ਜਿਹੜੀਆਂ ਨਵੀਆਂ ਤਕਨੀਕਾਂ ਆ ਰਹੀਆਂ ਨੇ, ਪਹਿਲਾਂ ਜੋ ਸਪਰੇਅ ਆਮ ਤੌਰ ਤੇ ਵਰਤੀ ਜਾਂਦੀ ਸੀ, ਇਹ ਕਿੰਨਾ ਕੋਈ ਕਾਸਟ ਇਫੈਕਟਲੀ ਹੋਣਗੀਆਂ? ਕੀ ਕੋਈ ਫਰਕ ਆਏਗਾ ਜਾਂ ਉਹਨਾਂ ਕਿੰਨਾ ਖਰਚਾ ਹੀ ਹੋਏਗਾ? ਜਦੋਂ ਫਸਟ ਟਾਈਮ ਜਦੋਂ ਵੀ ਕੋਈ ਵੀ ਨਵੀਂ ਦਵਾਈ ਆਉਂਦੀ ਹੈ ਜਾਂ ਨਵੀਂ ਟੈਕਨੋਲੋਜੀ ਆਉਂਦੀ ਹੈ, ਉਸ ਦਾ ਖਰਚਾ ਜ਼ਿਆਦਾ ਹੀ ਹੁੰਦਾ। ਹੌਲੀ ਹੌਲੀ ਇਸ ਦਾ ਜਦੋਂ ਜ਼ਿਆਦਾ ਇਹਦੀ ਪ੍ਰਮੋਸ਼ਨ ਹੁੰਦੀ ਹੈ, ਜ਼ਿਆਦਾ ਪ੍ਰੋਡਕਸ਼ਨ ਹੁੰਦੀ ਹੈ, ਤਾਂ ਇਹਦਾ ਕਾਸਟ ਵੀ ਘਟਦੀ ਜਾਂਦੀ ਹੈ। ਇਸ ਸਾਲ ਜਿਹੜਾ ਇਹ ਟੈਕਨੋਲੋਜੀ ਦਾ ਖਰਚਾ ਤਾਂ ਜ਼ਿਆਦਾ ਹੈ। ਪਿਛਲੇ 2 ਸਾਲਾਂ ਦੇ ਟਰਾਇਲ ਦੇ ਵਿੱਚ ਦੇ ਵਿੱਚ ਇਹ ਕਾਮਯਾਬ ਰਹੀ ਹੈ ਔਰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਖਰਚਾ ਘਟੇਗਾ। ਯਾਨੀ ਫਿਲਹਾਲ ਜਿਹੜਾ ਇਹਦਾ ਖਰਚਾ ਹੈ ਜੋ ਕਿ ਸਰਕਾਰ ਦੇ ਵੱਲੋਂ ਵੀ ਵਿਚਾਰਧੀਨ ਹੈਗੀਆਂ, ਕੋਈ ਨਾ ਕੋਈ ਇਸ ਦੇ ਉੱਤੇ ਕੋਈ ਨਾ ਕੋਈ ਸਬਸਿਡੀ ਵਗੈਰਾ ਦੇ ਕੇ ਕਿਸਾਨਾਂ ਨੂੰ ਦਿੱਤਾ ਜਾਵੇ। ਪਰ ਫਿਰ ਵੀ ਸਬਸਿਡੀ ਨਾ ਵੀ ਮਿਲੇ ਤਾਂ ਵੀ ਇਹ ਚੰਗੀ ਗੱਲ ਹੈ, ਕਿਉਂਕਿ ਰੇਟ ਚੰਗਾ ਰਹਿਣ ਦੀ ਸੰਭਾਵਨਾ ਹੈ ਔਰ ਇਸ ਤਕਨੀਕ ਦੇ ਨਾਲ ਚੰਗਾ ਕੰਟਰੋਲ ਰਹੇਗਾ ਜੀ। ਦੂਜੇ ਪਾਸੋਂ ਦੇਖੀਏ, ਗੱਲ ਹੁੰਦੀ ਹੈ ਕਿ ਸਪਰੇਅ ਜਦੋਂ ਕਰਦੇ ਆ ਪਾਣੀ ਪ੍ਰਦੂਸ਼ਿਤ ਹੋ ਗਿਆ, ਵਾਤਾਵਰਣ ਪ੍ਰਦੂਸ਼ਿਤ ਹੋ ਗਿਆ, ਫਸਲ ਵੀ ਸਾਡੀ ਕਹਿ ਦਿੰਦੇ ਆ ਕਿ ਇਹਦੇ ਵਿੱਚ ਵੀ ਅਸਰ ਪੈਂਦਾ ਹੈ। ਤਾਂ ਜਿਹੜੀਆਂ ਨਵੀਆਂ ਤਕਨੀਕਾਂ ਨੇ, ਕੀ ਉਹ ਪ੍ਰਭਾਵ ਵੀ ਘਟੇਗਾ ਕਿ ਪਾਣੀ ਜਾਂ ਵਾਤਾਵਰਣ ਜਾਂ ਫਸਲਾਂ ਦੇ ਉੱਤੇ ਜਿਹੜਾ ਸਪਰੇਅ ਦੀ ਜਿਹੜੀ ਗਲਤ ਜਿਹੜਾ ਅਸਰ ਪੈ ਜਾਂਦਾ, ਉਸ ਦਾ ਵੀ ਕੋਈ ਇਸ ਦੇ ਵਿੱਚ ਹੱਲ ਹੋਏਗਾ? ਦੇਖੋ, ਟੈਕਨੀਕਲੀ ਜਿਹੜਾ ਹੈ ਹੁਣ ਤੱਕ ਜੋ ਵੀ ਇਹਦਾ ਪ੍ਰਭਾਵ ਆ ਰਿਹਾ ਹੈ ਕਿ ਇਹ ਪੈਸਟੀਸਾਈਡ ਦਾ ਯੂਜ਼ ਘੱਟ ਹੋਏਗਾ, ਕਿਉਂਕਿ ਇਹ ਫੀਰੋਮੋਨ ਟੈਕਨੋਲੋਜੀ ਹੈ ਜੋ ਸੈਕਸ ਫੀਰੋਮੋਨ ਟ੍ਰੈਪਸ ਦੇ ਨਾਲ ਦੇ ਉਹਦੀ ਟੈਕਨੋਲੋਜੀ ਦੇ ਉੱਤੇ ਸਾਰੀ ਯਾਦ ਕੀਤੀ ਗਈ ਹੈ। ਇਹਦੇ ਨਾਲ ਦਵਾਈਆਂ ਦਾ ਜਿਹੜਾ ਬੋਝ ਜਿਹੜਾ ਪੈਸਟੀਸਾਈਡ ਦਾ ਘਟੂਗਾ। ਉਮੀਦ ਹੈ ਕਿ ਇਹ এনवायरमेंटਲੀ ਸੇਫ ਹੈ, ਯਾਨੀ ਕਿਉਂਕਿ ਹੋਰ ਜਿਹੜੇ ਸਾਡੇ ਮਿੱਤਰ ਕੀੜੇ ਆ ਉਹਨਾਂ ਤੇ ਇਹਨਾਂ ਦਾ ਅਸਰ ਨਹੀਂ ਹੋਣਾ ਕਰ, ਸਿਰਫ ਮੇਲ ਤੇ ਔਰ ਫੀਮੇਲ ਜੋ ਪਿੰਕ ਬਾਲ ਵਾਰਮ ਦੇ ਹੈ ਉਹਨਾਂ ਦੀ ਮੀਟਿੰਗ ਨੂੰ ਹੀ ਡਿਸਰਪਟ ਕਰਨ ਦਾ ਯਾਨੀ ਇਹ ਟੈਕਨੋਲੋਜੀ ਹੈ, এনवायरमेंट ਫ੍ਰੈਂਡਲੀ ਹੈ। ਥੈਂਕ ਯੂ ਸਰ, ਥੈਂਕ ਯੂ ਜਾਣਕਾਰੀ ਦੇਣ ਵਾਸਤੇ, ਬਹੁਤ ਬਹੁਤ ਧੰਨਵਾਦ। ਥੈਂਕ ਯੂ। It's a new molecule, first time registered in India. It's a green label molecule. It works with new mechanism of action. It's an insect family planning tool. Means it doesn't allow the population to build in the field. On these lines, we are launching this product today to make it available to the farmers of Punjab. It has been recommended by Punjab Agriculture University, and 4 other state universities in India have recommended under their package of practices. And the technology has been evaluated for more than 6 years with 12 to 14 institutes. Today this program is basically to create awareness. We have invited all the collaborators to share their experiences. The benefits have been immense. So more than 30% yield has been documented, and there is lowering of wages, charges for picking, and reduction in the use of insecticides. Thank you. ਕਰੋਨਾ ਦੀ ਵੀ ਚੇਨ ਤੋੜਨ ਦੀ ਗੱਲ ਸੀ ਤਾਂ ਗੁਲਾਬੀ ਸੁੰਡੀ ਦੀ ਵੀ ਚੇਨ ਤੋੜੀ ਗਈ ਹੈ। ਫੈਮਿਲੀ ਪਲੈਨਿੰਗ ਕੀਤੀ ਗਈ ਹੈ ਕੀੜਿਆਂ ਦੀ, ਉਹਨਾਂ ਨੂੰ ਸੰਭੋਗ ਨਹੀਂ ਕਰਨ ਦਿੱਤਾ ਗਿਆ ਇਸ ਪ੍ਰੋਡਕਟ ਦੇ ਨਾਲ। ਤਾਂ ਇਸ ਦੇ ਨਾਲ 1 ਕਿੱਲੇ ਪਿੱਛੇ ਜਿੱਥੇ ਕਿ 3 ਜਾਂ 4 ਵਾਰੀ ਇਹ ਕਰੀਮ ਲਾਈ ਜਾਣੀ ਹੈ ਪੌਦਿਆਂ ਦੇ ਉੱਤੇ, ਤਾਂ 1 ਕਿੱਲੇ ਪਿੱਛੇ 4,500 ਰੁਪਏ ਦਾ ਇਹ ਖਰਚਾ ਦੱਸ ਰਹੇ ਨੇ। ਪਰ ਨਾਲ ਇਹ ਵੀ ਸ਼ਰਤ ਹੈ ਕਿ ਬਿਲਕੁਲ ਜਿਹੜਾ ਕੀ ਹੈ ਗੁਲਾਬੀ ਸੁੰਡੀ ਨਸ਼ਟ ਕਰ ਦਿੱਤੀ ਜਾਵੇਗੀ।